देश की पहली वो दवाई साबित हो रही है जिन्होंने सरकार ने मान्यता दी है। खतरनाक तो हुण जिहड़ियां अजकल दीयां दवाइयां नवीआं आ रही हैं ਉਹਦੀ ਰਿਸਰਚ ਇਹੋ ਜਿਹੀ ਹੁੰਦੀ ਹੈ ਵੀ ਸਰਕਾਰ ਉਹਨੂੰ ਮੰਨਤਾ ਹੀ ਨਹੀਂ ਦਿੰਦੀ ਜਿਹੜੀ ਖਤਰਨਾਕ ਹੁੰਦੀ। ਹੁਣ ਜਦੋਂ ਤੁਸੀਂ ਕੈਮੀਕਲ ਵਾਲੀ ਦਵਾਈ ਕਰਦੇ ਹੋ ਤਾਂ ਉਹਦਾ ਅਸਰ ਇੱਕੋ ਦਮ ਦਿਖਦਾ ਹੈ। ਆਰਗੈਨਿਕ ਵਾਲੀਆਂ ਚੀਜ਼ਾਂ ਦੇ ਅਸਰ 3 ਤੋਂ 5 ਸਾਲ ਬਾਅਦ ਦਿਖਣੇ ਸ਼ੁਰੂ ਹੁੰਦੇ ਆ, ਉਹਦੀ ਉਪਜਾਊ ਸ਼ਕਤੀ ਬਣਨੀ ਸ਼ੁਰੂ ਹੁੰਦੀ ਹੈ। ਰਾਜੀ ਅੱਜ ਤੋਂ 60-70 ਸਾਲ ਪਿੱਛੇ ਆਪਾਂ ਚੱਲ ਜਾਈਏ 5-6 ਦਹਾਕੇ ਪਿੱਛੇ, ਉਦੋਂ ਫਸਲਾਂ ਦੇ ਵਿੱਚ ਉਦੋਂ ਕਿਆ ਮਿੱਟੀ ਆਪਣੀ ਉਪਜਾਊ ਸੀ, ਪ੍ਰਦੂਸ਼ਣ ਨਹੀਂ ਸੀਗਾ, ਗਲੋਬਲੀ ਪੋਲਿਊਸ਼ਨ ਨਹੀਂ ਸੀਗਾ, ਤਾਂ ਕਰਕੇ ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਹੁੰਦੀ ਸੀ। ਉਸ ਟਾਈਮ ਤੇ ਕੁਦਰਤੀ ਤੌਰ ਤੇ ਆਬਾਦੀ ਵੀ ਘੱਟ ਸੀ, ਆਪਣੀ ਜਿਹੜੀ ਝਾੜ ਜਿੰਨੇ ਪੈਦਾ ਹੁੰਦੇ ਸੀ ਆਪਾਂ ਖਵਾਉਣ ਲਈ ਸક્ષਮ ਸੀਗੇ, ਉਦੋਂ ਆਪਾਂ ਨੂੰ ਪੂਰੇ ਹੁੰਦੇ ਸੀਗੇ। ਕਿਉਂਕਿ 7000 ਕਰੋੜ ਦੇ ਵਿੱਚੋਂ ਤਕਰੀਬਨ ਇਹ ਅੰਦਾਜ਼ਾ ਵੀ 6800 ਕਰੋੜ ਰੁਪਇਆ ਕਿਸਾਨ ਕੋਲ ਆਉਣਾ ਸੀ। ਉਹ 6800 ਕਰੋੜ ਰੁਪਇਆ ਜੇ ਕਿਸਾਨ ਕੋਲ ਆਉਂਦਾ, ਕਿਸਾਨ ਖੁਸ਼ਹਾਲ ਹੁੰਦਾ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਕੇ ਦਰਸ਼ਕਾਂ ਸਵਾਗਤ ਹੈ। ਸੋ ਜਦੋਂ ਵੀ ਕਿਸਾਨ ਕੋਈ ਫਸਲ ਬੀਜ ਦਿੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਫਸਲ ਨੇ ਤਿਆਰ ਹੋਣਾ ਹੁੰਦਾ, ਇਨ ਬਿਟਵੀਨ ਉਸ ਵਿਚਲਾ ਜਿਹੜਾ ਸਮਾਂ ਹੁੰਦਾ ਤਾਂ ਕਿਸਾਨ ਨੂੰ ਕਿਤੇ ਨਾ ਕਿਤੇ ਡਰ ਖਾਂਦਾ ਰਹਿੰਦਾ ਹੈ ਕਿ ਫਸਲ ਤੇ ਕਿਸੇ ਤਰ੍ਹਾਂ ਦੇ ਕੋਈ ਕੀੜੇ ਨਾ ਪੈ ਜਾਣ, ਕਿਸੇ ਤਰ੍ਹਾਂ ਦੀ ਕੋਈ ਸੁੰਡੀ ਨਾ ਪੈ ਜੇ, ਤੇ ਫਸਲ ਨੂੰ ਮੈਂ ਇਹਨਾਂ ਕੀੜਿਆਂ ਤੋਂ, ਸੁੰਡੀਆਂ ਤੋਂ ਕਿਵੇਂ ਬਚਾਵਾਂ। ਪਾਰੀਜਾਤ ਕੰਪਨੀ ਵੱਲੋਂ ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਖਾਸ ਕਰ ਮੱਕੀ, ਨਰਮਾ ਤੇ ਮਿਰਚ ਨੂੰ ਲੈ ਕੇ ਉਹਨਾਂ ਨੇ ਵੈਲੇਕਿਟਨ ਨਾਂ ਦੀ ਇੱਕ ਅਜਿਹੀ ਦਵਾਈ ਤਿਆਰ ਕੀਤੀ ਹੈ ਜਿਹੜੀ ਕਿ ਫਸਲ ਨੂੰ ਇਹਨਾਂ ਕੀੜਿਆਂ ਤੋਂ, ਸੁੰਡੀਆਂ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖੇਗੀ ਤੇ ਝਾੜ ਤੁਹਾਡਾ ਮਰਨ ਨਹੀਂ ਦੇਗੀ। ਸੋ ਕੰਪਨੀ ਦੇ ਸੀਨੀਅਰ ਅਧਿਕਾਰੀ ਅਰਵਿੰਦ ਜੈਨ ਸਾਡੇ ਨਾਲ ਮੌਜੂਦ ਨੇ। ਜੈਨ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਸਵਾਲ ਤੁਹਾਨੂੰ ਕਰਨਾ ਚਾਹਾਂਗੇ ਕਿ ਹੋਰ ਖੇਤੀ ਮਾਹਿਰ ਕਹਿੰਦੇ ਨੇ ਪੈਸਟੀਸਾਈਡ ਫਸਲਾਂ 'ਤੇ ਨਾ ਛਿੜਕੋ, ਇਸ 'ਚ ਪੈਸਟੀਸਾਈਡ ਦੀ ਜਿਹੜੀ ਉਹ ਕੁਆਂਟੀਟੀ ਹੁੰਦੀ ਹੈ ਉਹ ਕਿੰਨੀ ਕੁ ਹੈਗੀ ਹੈ, ਕਿੰਨਾ ਕੁ ਸੁਰੱਖਿਅਤ ਇਨਸਾਨ ਰਹਿ ਸਕਦਾ ਹੈ ਜੇ ਫਸਲ ਕੀੜਿਆਂ ਤੋਂ ਬਚ ਜੇਗੀ ਤਾਂ? ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਇਹ ਦਵਾਈ ਜਿਹੜੀ ਹੈ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਪਹਿਲੀ ਇੱਕ ਐਸੀ ਦਵਾਈ ਹੈ ਜਿਹੜੀ ਮੱਕੀ ਤੇ ਮਨਜ਼ੂਰਸ਼ੁਦਾ ਹੈ। ਤੁਸੀਂ ਸਾਰਿਆਂ ਨੇ ਅੱਜ ਮੱਕੀ ਬੀਜੀ ਹੋਈ ਹੈ, ਹਰ ਪਿੰਡ ਦੇ ਵਿੱਚ ਤਕਰੀਬਨ 100, 200, 500 ਕਿੱਲਾ ਹੈ। ਜਦੋਂ ਆਪਾਂ ਦੇਖਦੇ ਹਾਂ ਉਹਦੇ ਤੇ ਹੁਣ ਇੱਕ ਸੁੰਡੀ ਦਾ ਅਟੈਕ ਆਇਆ ਹੋਇਆ, ਜਿਹੜੇ ਤੇ ਬਹੁਤ ਸਾਰੀਆਂ ਦਵਾਈਆਂ ਕਰਨ ਦੇ ਬਾਵਜੂਦ ਵੀ ਉਹਦਾ ਕੰਟਰੋਲ ਨਹੀਂ ਹੋ ਪਾ ਰਿਹਾ। ਪਰ ਜਦੋਂ ਉਹਦੇ ਤੇ ਵੈਲੈਕਟਿਨ ਦਵਾਈ ਦਾ ਪਿਛਲੇ 3 ਸਾਲਾਂ ਦੇ ਵਿੱਚ ਸਰਕਾਰ ਨੇ ਉਹਨੂੰ ਤਜਰਬੇ ਕੀਤੇ ਤਾਂ ਬਹੁਤ ਵਧੀਆ ਕੰਟਰੋਲ ਸਾਬਿਤ ਹੋ ਰਿਹਾ ਸੀ। ਇਸੇ ਕਰਕੇ ਦੇਸ਼ ਦੀ ਪਹਿਲੀ ਉਹ ਦਵਾਈ ਸਾਬਿਤ ਹੋ ਰਹੀ ਹੈ ਜਿਹਨੂੰ ਸਰਕਾਰ ਨੇ ਮਾਨਤਾ ਦਿੱਤੀ ਹੈ ਮੱਕੀ ਦੇ ਉੱਤੇ ਸੁੰਡੀਆਂ ਮਾਰਨ ਲਈ। ਜਦੋਂ ਤੁਸੀਂ ਗੱਲ ਕਰਦੇ ਹੋ ਵੀ ਇਹ ਕਿੰਨੀ ਖਤਰਨਾਕ ਹੈ, ਖਤਰਨਾਕ ਤਾਂ ਹੁਣ ਜਿਹੜੀਆਂ ਅੱਜ ਕੱਲ੍ਹ ਦੀਆਂ ਦਵਾਈਆਂ ਨਵੀਆਂ ਆ ਰਹੀਆਂ ਉਹਦੀ ਰਿਸਰਚ ਇਹੋ ਜਿਹੀ ਹੁੰਦੀ ਹੈ ਵੀ ਸਰਕਾਰ ਉਹਨੂੰ ਮਾਨਤਾ ਹੀ ਨਹੀਂ ਦਿੰਦੀ ਜਿਹੜੀ ਖਤਰਨਾਕ ਹੁੰਦੀਆਂ। ਤੇ ਇਸ ਕਰਕੇ ਇਹ ਬਿਲਕੁਲ ਸੇਫ ਦਵਾਈਆਂ ਨੇ। ਸਰਕਾਰ ਮਤਲਬ ਮਿੱਟੀ ਦੇ ਵਿੱਚ ਵੀ, ਫਸਲ ਦੇ ਵਿੱਚ ਵੀ, ਵਾਤਾਵਰਨ ਦੇ ਵਿੱਚ ਵੀ ਤੇ ਇਨਸਾਨ ਲਈ ਵੀ। ਉਸ ਤੋਂ ਬਾਅਦ ਇਹਦਾ ਇੱਕ ਹੁੰਦਾ ਹੈ ਕਿ ਜਦੋਂ ਆਪਾਂ ਮੱਕੀ ਦੇ ਉੱਪਰ ਜਾਂ ਨਰਮੇ ਦੇ ਉੱਤੇ ਜਾਂ ਆਪਾਂ ਮਿਰਚ ਦੇ ਉੱਤੇ ਛਿੜਕਦੇ ਹਾਂ ਤਾਂ ਉਸ ਤੋਂ ਬਾਅਦ ਅਕਸਰ ਦਾਣੇ ਜਾਂ ਚਾਰਾ ਪਸ਼ੂਆਂ ਨੇ ਵੀ ਖਾਣਾ ਤੇ ਆਪਾਂ ਦਾਣੇ ਇਨਸਾਨ ਨੇ ਵੀ ਖਾਣੇ ਹੈ, ਉਹਦੇ ਵਿੱਚ ਉਹਦਾ ਅਸਰ ਵੀ ਨਹੀਂ ਰਹਿੰਦਾ। ਅੱਜ ਕੱਲ੍ਹ ਇਹੋ ਜਿਹੀਆਂ ਦਵਾਈਆਂ ਸਪਰੇਅ ਹੋਣ ਦੇ ਬਾਅਦ ਜਦੋਂ ਆਪਾਂ ਵੱਢ ਲੈਂਦੇ ਹਾਂ, ਉਹਦੀ ਫਸਲ ਪੱਕ ਜਾਂਦੀ ਹੈ ਤਾਂ ਉਹ ਦਾਣਿਆਂ ਦੇ ਵਿੱਚ ਅਸਰ ਨਹੀਂ ਆਉਂਦੇ। ਹੁਣ ਨਵੀਆਂ ਦਵਾਈਆਂ ਬਿਲਕੁਲ ਸੇਫ ਸਾਬਿਤ ਹੋ ਰਹੀਆਂ ਤੇ ਇਸ ਕਰਕੇ ਉਹਨਾਂ ਦੇ ਅਸਰ ਵੀ ਬਿਹਤਰ ਹੈ ਤੇ ਆਪਣੇ ਨੁਕਸਾਨ ਵੀ ਹਰ ਤਰ੍ਹਾਂ ਨਾਲ ਘੱਟ ਹੋ ਰਹੇ ਹੈ। ਧਾਨੂਕਾ ਇੰਡਸਟਰੀ ਤੁਸੀਂ ਜਾਣਦੇ ਹੀ ਹੋਵੋਗੇ, ਖੇਤੀ ਸੈਕਟਰ ਦੀ ਹਰਿਆਣਾ ਦੀ ਇੱਕ ਬਹੁਤ ਵੱਡੀ ਮਤਲਬ ਆਰਗੇਨਾਈਜੇਸ਼ਨ ਕੰਪਨੀ ਹੈਗੀ ਹੈ। ਉਹਦੇ ਚੇਅਰਮੈਨ ਰਾਮ ਗੋਪਾਲ ਅਗਰਵਾਲ ਕਹਿ ਕੇ ਗਏ ਸੀ ਵੀ ਜਿਹੜੇ ਆਰਗੈਨਿਕ ਵਾਲੇ ਹੈਗੇ ਨੇ ਨਾ ਉਹ ਬਦਨਾਮ ਕਰ ਰਹੇ ਨੇ ਪੈਸਟੀਸਾਈਡ ਨੂੰ, ਪੈਸਟੀਸਾਈਡ ਕੋਈ ਬਹੁਤ ਜ਼ਿਆਦਾ ਹਾਨੀਕਾਰਕ ਨਹੀਂ ਹੁੰਦੇ। ਇਹਦੇ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ? ਮੈਂ ਇਸ ਗੱਲ ਲਈ ਸਹਿਮਤ ਹੈ, ਫੁੱਲੀ ਸਹਿਮਤ ਹੈ, ਪੂਰੀ ਤਰ੍ਹਾਂ ਸਹਿਮਤ ਹੈ। ਕਿਉਂਕਿ ਆਰਗੈਨਿਕ ਦੇ ਵਿੱਚ ਜਿਹੜੇ ਵੀ ਆਪਣੇ ਤੱਤ ਹੁੰਦੇ ਆ ਜਿਹੜੇ ਉਹਨੂੰ ਮਾਰਦੇ ਆ, ਆਪਣੇ ਨੁਕਸਾਨ ਕਰਨ ਵਾਲੇ ਕੀੜੇ ਹੋਣ, ਚਾਹੇ ਉਹ ਫਫੂੰਦ ਹੋਵੇ, ਚਾਹੇ ਉਹ ਜੋ ਵੀ ਹੈ, ਉਹਦੇ ਅਸਰ ਉਨੇ ਸਾਬਿਤ ਨਹੀਂ ਹੁੰਦੇ। ਅੱਜ ਕਿਸਾਨ ਦੀ ਇੱਕ ਹਾਲਤ ਐਸੀ ਹੋ ਚੁੱਕੀ ਹੈ ਵੀ ਆਪਾਂ ਪਹਿਲਾਂ ਕਿਸਾਨ ਨੂੰ ਕਿਸਾਨੀ ਤੋਂ ਬਚਾਉਣਾ ਹੈ, ਉਹਨੂੰ ਫਾਇਦਾ ਹੋਵੇ, ਇਨਕਮ ਹੋਵੇ, ਤਾਂ ਹੀ ਆਪਾਂ ਗਾਂਹ ਵੱਧ ਸਕਦੇ ਹਾਂ। ਜਿਹੜੇ ਬਾਇਓ ਦੇ ਜਾਂ ਮੰਨ ਲਓ ਆਪਾਂ ਜਿਹੜੇ ਆਰਗੈਨਿਕ ਪ੍ਰੋਡਕਟਾਂ ਦੀ ਗੱਲ ਕਰਦੇ ਹਾਂ, ਉਹਦੇ ਨਾਲ ਕੁਦਰਤੀ ਤੌਰ 'ਤੇ ਝਾੜ ਬਹੁਤ ਘੱਟ ਜਾਂਦੇ ਆ। ਉਹ ਝਾੜ ਘਟਣ ਨਾਲ ਕਿਸਾਨ ਨੂੰ ਉਹਨਾਂ ਮੁੱਲ ਮਿਲਦਾ ਨਹੀਂ ਉਹਦਾ। ਝਾੜ ਘਟਣ ਦੀ ਵਜ੍ਹਾ ਜਦ ਕਿ ਉਹ ਤਾਂ ਕੁਦਰਤੀ ਹੋ ਰਿਹਾ, ਸਭ ਕੁਝ ਆਰਗੈਨਿਕ ਹੋ ਰਿਹਾ, ਫਿਰ ਵੀ ਝਾੜ ਕਿਉਂ ਘਟਦਾ? ਝਾੜ ਘਟਣ ਦੀ ਵਜ੍ਹਾ ਇਹ ਹੁੰਦੀ ਹੈ ਕਿਉਂਕਿ ਜਿਹੜਾ ਨੁਕਸਾਨ ਸੁੰਡੀਆਂ ਜਾਂ ਕੋਈ ਬਿਮਾਰੀਆਂ ਪਹਿਲਾਂ ਲਾ ਦਿੰਦੀਆਂ, ਕੁਦਰਤੀ ਕੀੜੇ ਜਿਹੜੇ ਲਾ ਦਿੰਦੇ ਆ, ਉਹ ਸ਼ੁਰੂਆਤੀ ਅਵਸਥਾ 'ਚ ਹੀ ਲਾਉਂਦੇ ਆ। ਜੇ ਆਪਾਂ ਸ਼ੁਰੂਆਤੀ ਅਵਸਥਾ ਦੇ ਵਿੱਚ ਉਹਨੂੰ ਕੰਟਰੋਲ ਕਰ ਲਵਾਂਗੇ, ਜਿਹੜੇ ਆਰਗੈਨਿਕ ਪ੍ਰੋਡਕਟ ਹੁੰਦੇ ਆ ਹੌਲੀ ਹੌਲੀ ਕੰਮ ਕਰਦੇ ਆ। ਇਹ ਆਪਾਂ ਨੂੰ ਸਮਾਂ ਲੱਗੂਗਾ, ਕਿਸਾਨ ਨੂੰ ਵੀ ਸਮਝਣਾ ਪਊਗਾ ਵੀ ਮੈਂ ਆਰਗੈਨਿਕ ਖੇਤੀ ਵੱਲ ਕਿਵੇਂ ਜਾਣਾ ਹੈ। ਮੈਂ ਕਿਸਾਨ ਵੀਰਾਂ ਨੂੰ ਇਹ ਗੁਜ਼ਾਰਿਸ਼ ਕਰਦਾ ਵੀ ਉਹ ਕਿਰਪਾ ਕਰਕੇ ਚਾਹੇ ਉਹ ਨਰਮੇ ਦਾ ਕਣਕ ਦਾ ਜਾਂ ਝੋਨੇ ਦੇ ਨਾੜਾਂ ਨੂੰ ਅੱਗ ਨਾ ਲਾਉਣ, ਕਿਉਂਕਿ ਅੱਗ ਲਾਉਣ ਨਾਲ ਉਪਜਾਊ ਸ਼ਕਤੀ ਖਤਮ ਹੁੰਦੀ ਹੈ। ਉਦੋਂ ਆਰਗੈਨਿਕ ਖਤਮ ਹੋ ਜਾਂਦਾ ਕੰਮ। ਉਹ ਤੁਸੀਂ ਆਰਗੈਨਿਕ ਵਰਤੋਂਗੇ ਤੇ ਉਸ ਤੋਂ ਬਾਅਦ ਅੱਗ ਲਾਤੀ, ਕੀ ਫਾਇਦਾ ਉਹਦਾ? ਉਹਨੇ ਤਾਂ ਤੱਤ ਮਚਾ ਤੇ। ਕਦੇ ਅੱਗ ਨੇ, ਕਦੇ ਤੁਸੀਂ ਦੇਖਿਆ ਵੀ ਤੁਸੀਂ ਅੱਗ ਨੇ ਕਿਸੇ ਚੀਜ਼ ਨੂੰ ਬਚਾਇਆ ਹੋਵੇ? ਉਹਨੇ ਕੁਦਰਤੀ ਤੌਰ ਤੇ ਜਿੰਨਾ ਖਤਮ ਕਰ ਦਿੰਦਾ, ਭਸਮ ਹੀ ਕਰ ਦਿੰਦਾ। ਇਸ ਕਰਕੇ ਉਹ ਜਿਹੜਾ ਤੁਸੀਂ ਮਿਹਨਤ ਕਰ ਵੀ ਰਹੇ ਹੋ ਉਹ ਵੇਸਟ ਹੋ ਰਹੀ ਹੈ, ਤੁਹਾਡੀ ਵਿਅਰਥ ਜਾ ਰਹੀ ਹੈ।
ਉਹ ਤੁਹਾਨੂੰ ਕੁਦਰਤੀ ਤੌਰ ਤੇ ਤੁਹਾਨੂੰ ਜਦੋਂ ਤੁਸੀਂ ਕੈਮੀਕਲ ਵਾਲੀ ਦਵਾਈ ਕਰਦੇ ਹੋ ਤਾਂ ਉਹਦਾ ਅਸਰ ਇੱਕੋਦਮ ਦਿਖਦਾ ਹੈ। ਆਰਗੈਨਿਕ ਵਾਲੀਆਂ ਚੀਜ਼ਾਂ ਦੇ ਅਸਰ 3 ਤੋਂ 5 ਸਾਲ ਬਾਅਦ ਦਿਖਣੇ ਸ਼ੁਰੂ ਹੁੰਦੇ ਆ, ਉਹਦੀ ਉਪਜਾਊ ਸ਼ਕਤੀ ਬਣਨੀ ਸ਼ੁਰੂ ਹੁੰਦੀ ਹੈ। ਇਸ ਕਰਕੇ ਕਿਸਾਨ ਵੀਰਾਂ ਨੂੰ ਪੂਰੀ ਆਪਣੀ ਤਕਨੀਕ ਬਦਲਣੀ ਪਊਗੀ, ਵਾਪਸ ਆਪਾਂ ਨੂੰ 60-70 ਵਾਲੇ ਕੰਮ 'ਚ ਜਾਣਾ ਪਊਗਾ ਜੇ ਆਰਗੈਨਿਕ ਵਰਤਣਾ। ਉਹੀ ਤੁਹਾਨੂੰ ਸਵਾਲ ਕਰ ਰਿਹਾ ਜੀ, ਅੱਜ ਤੋਂ 60-70 ਸਾਲ ਪਿੱਛੇ ਆਪਾਂ ਚੱਲ ਜਾਈਏ, 5-6 ਦਹਾਕੇ ਪਿੱਛੇ, ਉਦੋਂ ਫਸਲਾਂ ਦੇ ਵਿੱਚ ਉਦੋਂ ਕਿਆ ਮਿੱਟੀ ਆਪਣੀ ਉਪਜਾਊ ਸੀ, ਪ੍ਰਦੂਸ਼ਣ ਨਹੀਂ ਸੀਗਾ, ਗਲੋਬਲੀ ਪੋਲੂਸ਼ਨ ਨਹੀਂ ਸੀਗਾ, ਤਾਂ ਕਰਕੇ ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਹੁੰਦੀ ਸੀ। ਬਿਲਕੁਲ ਇਹ ਤੁਸੀਂ ਕਹਿ ਸਕਦੇ ਹੋ ਵੀ ਉਦੋਂ ਪ੍ਰਦੂਸ਼ਣ ਵੀ ਤੁਹਾਨੂੰ ਯਾਦ ਹੋਣਾ ਮਹਾਰਾਸ਼ਟਰ 'ਚ 9 ਲੱਖ ਏਕੜ ਜਿਹੜੀ ਹੈ ਮਿਰਚ ਜਿਹੜੀ ਹੈ ਸੜ ਗਈ ਐਤਕੀ ਫਸਲ। ਬਿਲਕੁਲ ਜੀ, ਇਹ ਬਿਲਕੁਲ ਗੱਲ ਸੱਚ ਹੈ। ਉਸ ਟਾਈਮ ਤੇ ਕੁਦਰਤੀ ਤੌਰ ਤੇ ਆਬਾਦੀ ਵੀ ਘੱਟ ਸੀ, ਆਪਣੀ ਜਿਹੜੀ ਝਾੜ ਜਿੰਨੇ ਪੈਦਾ ਹੁੰਦੇ ਸੀ ਆਪਾਂ ਖਵਾਉਣ ਲਈ ਸક્ષਮ ਸੀਗੇ, ਉਦੋਂ ਆਪਾਂ ਨੂੰ ਪੂਰੇ ਹੁੰਦੇ ਸੀਗੇ। ਆਪਾਂ ਨੂੰ ਜਿਹੜੀ ਖੇਤੀ ਨੂੰ ਹੁਣ ਤਕਨੀਕ ਬਣਾਉਣੀ ਪਊ, ਆਪਾਂ ਨੂੰ ਉਹਨੂੰ ਇੰਡਸਟਰੀ ਦੇ ਤੌਰ ਤੇ ਅਪਣਾਉਣਾ ਪਊ ਵੀ ਇਹ ਸਾਡੀ ਇਹ ਪੈਦਾਵਾਰ ਜਿਹੜੀ ਹੈਗੀ ਹੈ, ਮੈਂ ਉਹਦਾ ਮਾਲਕ ਹੈ, ਮੇਰੀ ਇਹ ਫੈਕਟਰੀ ਹੈ। ਤੇ ਕਿਸਾਨ ਨੂੰ ਇਹ ਸਮਝਣਾ ਪਊ। ਤੁਸੀਂ ਹੁਣ ਅੱਜ ਦੇਖੋ ਇੱਕ ਚੀਜ਼, ਕਿਸਾਨ ਵੀਰੋ, ਅੱਜ ਝਾੜ ਘੱਟ ਹੋਇਆ ਕਣਕ ਦਾ, ਪੰਜਾਬ ਦੇ ਵਿੱਚ ਪੈਸੇ ਦੀ ਹਾਹਾਕਾਰ ਹੋ ਗਈ। ਜਿਹੜਾ ਇੱਕ ਹੁਣ ਐਸਟੀਮੇਟ ਆ ਰਿਹਾ ਹੈ 7000 ਕਰੋੜ ਰੁਪਇਆ ਪੰਜਾਬ ਦੇ ਵਿੱਚ ਘੱਟ ਪੈਦਾ ਹੋਇਆ ਸਿਰਫ ਇਹ ਕਣਕ ਦਾ ਝਾੜ ਘਟਣ ਕਰਕੇ, ਕਿਉਂਕਿ ਅਗੇਤੀ ਗਰਮੀ ਪੈ ਗਈ, ਕਣਕ ਦੇ ਝਾੜ ਘਟ ਗਏ। ਕਿਸਾਨ ਵੀ ਵਿਚਾਰਾ ਪਰੇਸ਼ਾਨ ਹੈ ਵੀ ਉਹਨਾਂ ਦੀਆਂ ਲਾਗਤਾਂ ਨਹੀਂ ਪੂਰੀਆਂ ਹੋ ਰਹੀਆਂ। ਉਹ ਜਿਹੜਾ 7000 ਕਰੋੜ ਰੁਪਇਆ ਕਿਸਾਨ ਤੋਂ ਚੱਲਣਾ ਸੀ ਉੱਪਰ ਤੱਕ ਸਾਰਾ, ਉਹ ਅਰਥ ਵਿਵਸਥਾ ਚਰਮਰਾਈ ਪਈ ਹੈ। ਨਾ ਤਾਂ ਟਰਾਂਸਪੋਰਟਰ ਨੂੰ ਪੈਸਾ ਮਿਲਿਆ ਉਹਨਾਂ, ਨਾ ਆੜਤੀਆ ਕਹਿੰਦਾ ਮੈਨੂੰ ਨਹੀਂ ਮਿਲਿਆ, ਕਿਸਾਨ ਕਹਿੰਦਾ ਮੈਨੂੰ ਨਹੀਂ ਮਿਲਿਆ। ਕਿਸਾਨ ਨੂੰ ਤਾਂ ਮਿਲਿਆ ਹੀ ਨਹੀਂ ਵਿਚਾਰੇ ਨੂੰ, ਕਿਉਂਕਿ 7000 ਕਰੋੜ ਦੇ ਵਿੱਚੋਂ ਤਕਰੀਬਨ ਇਹ ਅੰਦਾਜ਼ਾ ਵੀ 6800 ਕਰੋੜ ਰੁਪਇਆ ਕਿਸਾਨ ਕੋਲ ਆਉਣਾ ਸੀ। ਉਹ 6800 ਕਰੋੜ ਰੁਪਇਆ ਜੇ ਕਿਸਾਨ ਕੋਲ ਆਉਂਦਾ, ਕਿਸਾਨ ਖੁਸ਼ਹਾਲ ਹੁੰਦਾ। ਪਰ ਇਹ ਕਿਤੇ ਨਾ ਕਿਤੇ ਜਿਹੜੇ ਚਲੋ ਹੁਣ ਆਪਾਂ ਮੌਸਮ ਨਾਲ ਤਾਂ ਆਪਾਂ ਲੜ ਨਹੀਂ ਸਕਦੇ, ਗਰਮੀ ਛੇਤੀ ਆ ਗਈ, ਪਰ ਕੁਦਰਤੀ ਕਿਸਾਨ ਨੂੰ ਇਹ ਜੇ ਕੁਝ ਐਸੀਆਂ ਟੈਕਨੀਕ ਅਪਣਾ ਲੈਂਦਾ ਵੀ ਜਿਹੜੀਆਂ ਮੰਨ ਲਓ ਫਰਵਰੀ ਦੇ ਵਿੱਚ ਗਰਮੀ ਪੈ ਗਈ ਜਾਂ ਮਾਰਚ ਦੇ ਵਿੱਚ ਗਰਮੀ ਪੈ ਗਈ, ਠੰਡੀਆਂ ਦਵਾਈਆਂ ਜਿਹੜੀਆਂ ਆਰਗੈਨਿਕ ਹੋਣ, ਉਹਦੇ 'ਚ ਕੈਮੀਕਲ ਨਹੀਂ ਆਉਂਦਾ ਜਦੋਂ ਆਪਾਂ ਮੌਸਮ ਨਾਲ ਲੜਨਾ ਹੋਵੇ, ਤੇ ਵੀ ਉਹਨੂੰ ਉਸ ਸਮੇਂ ਝਾੜ ਜਿਹੜਾ ਬੰਨਣਾ ਹੁੰਦਾ, ਬੱਲੀ ਨਿਕਲਦੀ ਸੀ ਜਦੋਂ ਆਪਾਂ ਕਣਕ ਦੀ ਤਿਆਰ ਹੋ ਰਹੀ ਸੀ, ਫਲੀ ਤਿਆਰ ਹੁੰਦੀ ਜਦੋਂ ਆਪਣੀ ਉਹਦੀ ਬਾਲੀ ਨਿਕਲ ਰਹੀ ਸੀਗੀ, ਉਹਦੇ ਦਾਣਾ ਤਿਆਰ ਹੋ ਰਿਹਾ ਸੀ, ਉਹਦਾ ਝਾੜ ਵਧੀਆ ਹੋ ਜਾਂਦਾ। ਪਰ ਕਿਸਾਨ ਵੀਰਾਂ ਨੂੰ ਇਹ ਸਮਝਣਾ ਪਊ ਵੀ ਮੈਨੂੰ ਹੁਣ ਇਹ ਤਕਨੀਕ ਕਿਵੇਂ ਕਰਨੀ ਪਊ। ਮੈਂ ਕਿਸਾਨ ਵੀਰਾਂ ਨੂੰ ਇੱਕ ਕਹਿਣਾ ਵੀ ਜੇ ਕਿਸਾਨ ਵੀਰ ਵਿਚਾਲੇ ਚਲੋ ਨਹੀਂ ਕਿਸੇ ਮਾਹਰ ਕੋਲ ਜਾ ਸਕਦੇ, ਹਰੇਕ ਕੋਲੇ ਚੰਗਾ ਜਿਹਾ ਮੋਬਾਈਲ ਜ਼ਰੂਰ ਹੈਗਾ। ਇਹਦੇ 'ਚ ਇੱਕ ਗੂਗਲ ਹੈ, ਗੂਗਲ 'ਚ ਸਭ ਤੋਂ ਵਧੀਆ ਜਾਣਕਾਰੀ ਯੂਨੀਵਰਸਿਟੀ ਦੇ ਤੌਰ ਤੇ ਲਓ, ਨਾ ਕਿ ਆਪਣੇ ਜਿਹੜੀ ਆ ਦੂਜੇ ਹੋਰ ਸੋਸ਼ਲ ਮੀਡੀਆ ਚੱਲਦੇ ਆ ਉਹਦੇ ਤੇ ਕਿਸੇ ਦਾ ਕੋਈ ਤਜਰਬਾ ਹੈ ਨਹੀਂ ਹੈ, ਕਿਸੇ ਨੇ ਪਾਤਾ ਪੋਸਟ ਪਾਤਾ, ਆਪਾਂ ਉਹਦੇ ਮਗਰ ਲੱਗ ਜਾਂਦੇ ਆ। ਯੂਨੀਵਰਸਿਟੀ ਦੀਆਂ ਸਾਈਟਾਂ ਖੋਲ੍ਹੋ, ਉਹਦੇ ਤੇ ਪੰਜਾਬੀ 'ਚ, ਹਿੰਦੀ 'ਚ, ਜੋ ਤੁਹਾਨੂੰ ਭਾਸ਼ਾ ਆਉਂਦੀ ਉਹਦੇ ਤੇ ਜਾਣਕਾਰੀ ਲਓ। ਜੇ ਤੁਸੀਂ ਆਪ ਨਹੀਂ ਪੜ੍ਹੇ ਲਿਖੇ, ਘੱਟੋ ਘੱਟ ਆਪਣੇ ਬੱਚੇ ਤੁਹਾਨੂੰ ਉਸ ਗੱਲ 'ਚ ਹੈਲਪ ਕਰ ਸਕਦੇ ਆ, ਮਦਦ ਕਰ ਸਕਦੇ ਆ ਵੀ ਇਹਦੇ ਤੇ ਸਹੀ ਜਾਣਕਾਰੀ ਦੱਸੀ ਪੁੱਤ ਕੀ ਹੈ ਅੱਜ, ਉਹ ਲਓ ਜ਼ਰੂਰ ਜਾਣਕਾਰੀ, ਉਹਨੂੰ ਤੁਸੀਂ ਆਪਣੇ ਖੇਤਾਂ ਦੇ ਵਿੱਚ ਢਾਲੋ। ਇਹ ਕਿਸਾਨ ਵੀਰੋ ਤੁਸੀਂ ਪੈਸਾ ਪੈਦਾ ਕਰਦੇ ਹੋ, ਇਹ ਗੱਲ ਅੱਜ ਸਭ ਨੂੰ ਸਮਝ ਆ ਚੁੱਕੀ ਹੈ। ਜਿੱਦਣ ਕਿਸਾਨ ਨੂੰ ਕੋਈ ਸਮੱਸਿਆ ਆਉਂਦੀ ਹੈ, ਘੱਟ ਝਾੜ ਹੁੰਦਾ, ਉਸ ਦਿਨ ਪੂਰਾ ਦੇਸ਼ ਰੌਲਾ ਪੈ ਜਾਂਦਾ ਵੀ ਇਹ ਪੈਸਾ ਘੱਟ ਪੈਦਾ ਹੋਇਆ ਜੀ। ਸੋ ਅਰਵਿੰਦ ਜੈਨ ਉਹਨਾਂ ਨੇ ਸਾਫ਼ ਕੀਤਾ ਹੈਗਾ, ਕਿਤੇ ਨਾ ਕਿਤੇ ਹੁਣ ਕਿਸਾਨ ਨੂੰ ਵੀ ਅੱਗੇ ਵਧਣ ਦੀ ਲੋੜ ਹੈ, ਤਕਨੀਕ ਬਦਲਣ ਦੀ ਲੋੜ ਹੈ, ਤੇ ਪੜ੍ਹ ਕੇ ਲਿਖ ਕੇ ਸਮਝ ਕੇ ਹੈਗਾ ਫਸਲਾਂ ਨੂੰ ਬੀਜਣਾ ਪਵੇਗਾ। ਉਹ ਜਿਹੜੇ ਪੈਸਟੀਸਾਈਡ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਕਿਤੇ ਇਨਸਾਨਾਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਨੇ ਹੈਗੇ ਕੁਝ, ਕਿਉਂਕਿ ਜੇਕਰ ਦਵਾਈ ਸਹੀ ਨਹੀਂ ਹੈਗੀ ਤਾਂ ਉਹ ਸਰਕਾਰੀ ਤੌਰ 'ਤੇ ਵੀ ਸਰਕਾਰ ਉਹਨੂੰ ਮਨਜ਼ੂਰ ਨਹੀਂ ਕਰਦੀ, ਮਾਰਕੀਟ 'ਚ ਆਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਹੁਣ ਜਿਹੜੀਆਂ ਦਵਾਈਆਂ ਇੱਦਾਂ ਆ ਰਹੀਆਂ ਨੇ ਕਿਤੇ ਨਾ ਕਿਤੇ ਉਹ ਫਸਲਾਂ ਲਈ ਸੁਰੱਖਿਅਤ ਹੈਗੀਆਂ ਨੇ ਤੇ ਇਨਸਾਨਾਂ ਲਈ ਵੀ ਉਹ ਕਾਰਾਗਰ ਸਾਬਤ ਹੋ ਰਹੀਆਂ ਨੇ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।